ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਕਲੈਂਪਰ ਸਰਕਿਟ। ਕਲੈਂਪਰਸ ਦਾ ਦੂਸਰਾ ਨਾਮ ਲੈਵਲ ਸ਼ਿਫਟਰ ਵੀ ਹੈ। 1 ਨੰਬਰ ਦੇ ਵਿੱਚ ਇਹ ਕੁਐਸਚਨ ਆ ਸਕਦਾ ਹੈ ਕਿ ਕਲੈਂਪਰ ਦਾ ਦੂਸਰਾ ਨਾਮ ਕੀ ਹੈ? ਲੈਵਲ ਸ਼ਿਫਟਰ। ਹੁਣ ਇਹਨਾਂ ਨੂੰ ਕਲੈਂਪਰ ਜਾਂ ਲੈਵਲ ਸ਼ਿਫਟਰ ਕਿਉਂ ਕਿਹਾ ਜਾਂਦਾ ਹੈ? ਇਹ ਸਾਡਾ ਕਲੈਂਪਰ ਹੈ। ਇੱਥੇ ਅਸੀਂ ਜੋ ਵੀ ਇਨਪੁਟ ਦੇਵਾਂਗੇ, ਭਾਵੇਂ ਉਹ ਸਾਈਨ ਵੇਵ ਦਈਏ ਜਾਂ ਸਕੇਅਰ ਵੇਵ ਦਈਏ ਜਾਂ ਕੋਈ ਹੋਰ ਸ਼ੇਪ ਦਈਏ, ਆਉਟਪੁੱਟ ਤੇ ਕੀ ਹੋਏਗਾ? ਉਹ ਜਿਹੜੀ ਵੇਵ ਹੈ ਨਾ, ਉਹ 0 ਲੈਵਲ ਤੋਂ ਜਾਂ ਤਾਂ ਉੱਪਰ ਸ਼ਿਫਟ ਹੋ ਜਾਏਗੀ ਜਾਂ ਫਿਰ 0 ਤੋਂ ਨੀਚੇ ਸ਼ਿਫਟ ਹੋ ਜਾਏਗੀ। ਇਸ ਕਲੈਂਪਰ ਸਰਕਿਟ ਦਾ ਕੰਮ ਹੀ ਇਹ ਹੈ ਕਿ ਅਸੀਂ ਇਨਪੁਟ ਸਿਗਨਲ ਨੂੰ ਵਿਦਆਊਟ ਉਹਦੀ ਸ਼ੇਪ ਨੂੰ ਚੇਂਜ ਕੀਤੇ ਉਹਦੇ ਐਂਪਲੀਟਿਊਡ ਨੂੰ ਚੇਂਜ ਕਰਦੇ ਆ, ਲੈਵਲ ਨੂੰ ਚੇਂਜ ਕਰਦੇ ਆ, ਜਾਂ ਤਾਂ ਉਹਨੂੰ 0 ਲੈਵਲ ਤੋਂ ਉੱਪਰ ਸ਼ਿਫਟ ਕਰਦੇ ਆ ਜਾਂ ਫਿਰ 0 ਲੈਵਲ ਤੋਂ ਨੀਚੇ ਸ਼ਿਫਟ ਕਰਦੇ ਆ। ਜਿਸ ਸਰਕਿਟ ਦੇ ਵਿੱਚ ਅਸੀਂ 0 ਲੈਵਲ ਤੋਂ ਉੱਪਰ ਸ਼ਿਫਟ ਕਰਾਂਗੇ ਉਹ ਕਲੈਂਪਰ ਹੁੰਦਾ ਹੈ ਪੋਜ਼ਿਟਿਵ। ਜਿਸ ਦੇ ਵਿੱਚ ਅਸੀਂ 0 ਲੈਵਲ ਤੋਂ ਨੀਚੇ ਸ਼ਿਫਟ ਕਰਾਂਗੇ ਉਹ ਕਲੈਂਪਰ ਹੁੰਦਾ ਹੈ ਨੈਗੇਟਿਵ ਕਲੈਂਪਰ। ਇਸ ਤੋਂ ਬਿਨਾ ਇਸ ਦੀ ਤੀਸਰੀ ਟਾਈਪ ਵੀ ਹੈ ਬਾਇਸਡ, ਬਟ ਬਾਇਸਡ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੈ, ਸੋ ਆਪਾਂ 2 ਟਾਈਪਸ ਹੀ ਕਰਾਂਗੇ, ਪੋਜ਼ਿਟਿਵ ਕਲੈਂਪਰ ਐਂਡ ਨੈਗੇਟਿਵ ਕਲੈਂਪਰ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ 'ਚ ਕੰਪੋਨੈਂਟ ਕਿਹੜੇ ਯੂਜ਼ ਹੁੰਦੇ ਆ। ਇਸ ਦੇ ਵਿੱਚ ਕਪੈਸਿਟਰ, ਡਾਇਓਡ ਤੇ ਲੋਡ ਦੇ ਲਈ ਰਜਿਸਟਰ ਦੀ ਵਰਤੋਂ ਕੀਤੀ ਜਾਂਦੀ ਹੈ। ਕਲੈਂਪਰ ਦਾ ਸਰਕਿਟ ਬਣਾਉਂਦੇ ਸਮੇਂ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ, ਇਸ ਦੇ ਵਿੱਚ ਜਿਹੜੀ ਮੇਨ ਫੰਕਸ਼ਨਿੰਗ ਹੈ ਉਹ ਕਪੈਸਿਟਰ ਦੀ ਹੁੰਦੀ ਹੈ। ਕਪੈਸਿਟਰ ਚਾਰਜ ਹੁੰਦਾ ਹੈ, ਡਿਸਚਾਰਜ ਹੁੰਦਾ ਹੈ। ਜਦੋਂ ਅਸੀਂ ਟਾਈਮ ਕਾਂਸਟੈਂਟ ਭਾਵ ਟੌ, ਟਾਈਮ ਕਾਂਸਟੈਂਟ ਜਿਹੜਾ R ਔਰ C ਦੀ ਵੈਲਿਊ ਤੇ ਨਿਰਭਰ ਕਰਦਾ ਹੈ, ਉਸ ਨੂੰ ਧਿਆਨ ਨਾਲ ਚੂਜ਼ ਕਰਨਾ ਹੈ। ਸਾਡੀ ਵੈਲਿਊ, ਸਾਡਾ ਟਾਈਮ ਕਾਂਸਟੈਂਟ ਐਦਾਂ ਦਾ ਹੋਣਾ ਚਾਹੀਦਾ ਹੈ ਵੀ ਜਦੋਂ ਕਪੈਸਿਟਰ ਚਾਰਜ ਹੋ ਗਿਆ ਤਾਂ ਉਹ ਪੂਰੇ ਸਾਈਕਲ ਦੇ ਦੌਰਾਨ ਡਿਸਚਾਰਜ ਨਹੀਂ ਹੋਣਾ ਚਾਹੀਦਾ, ਅਦਰਵਾਈਜ਼ ਆਉਟਪੁੱਟ ਤੇ ਇਹ ਵੇਵ ਸ਼ੇਪ ਚੇਂਜ ਹੋ ਜਾਏਗੀ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਸ਼ਿਫਟਿੰਗ ਹੋ ਜੇ, ਲੈਵਲ ਦੀ ਸ਼ਿਫਟਿੰਗ ਹੋ ਜੇ, ਲੇਕਿਨ ਸ਼ੇਪ ਬਿਲਕੁਲ ਸੇਮ ਹੋਣੀ ਚਾਹੀਦੀ ਹੈ। ਇਹ ਸ਼ੇਪ ਨੂੰ ਸੇਮ ਰੱਖਣ ਦੇ ਲਈ ਸਾਨੂੰ R ਔਰ C ਦੀ ਵੈਲਿਊ ਧਿਆਨ ਨਾਲ ਚੂਜ਼ ਕਰਨੀ ਪੈਂਦੀ ਹੈ ਤਾਂ ਕਿ ਸਾਡਾ ਜਿਹੜਾ ਕਪੈਸਿਟਰ ਹੈ ਉਹ ਇਨ ਬਿਟਵੀਨ ਇੰਟਰਵਲ ਦੇ ਡਿਸਚਾਰਜ ਨਾ ਹੋਵੇ, ਇੱਕ ਸਾਈਕਲ ਪੂਰਾ ਕਰਕੇ ਹੀ ਡਿਸਚਾਰਜ ਹੋਵੇ। ਹੁਣ ਆਪਾਂ ਕਰਦੇ ਹਾਂ ਇਸ ਦੀਆਂ ਟਾਈਪਸ। ਇਸ ਦੀ ਫਰਸਟ ਟਾਈਪ ਆਪਾਂ ਕਰਦੇ ਹਾਂ ਪੋਜ਼ਿਟਿਵ ਕਲੈਂਪਰ। ਪੋਜ਼ਿਟਿਵ ਕਲੈਂਪਰ ਉਹ ਸਰਕਿਟ ਹੈ ਜਿਸ ਨਾਲ ਸਾਡਾ ਇਨਪੁਟ ਸਿਗਨਲ 0 ਲੈਵਲ ਤੋਂ ਉੱਪਰ ਪੋਜ਼ਿਟਿਵ ਸਾਈਡ ਵੱਲ ਸ਼ਿਫਟ ਹੋ ਜਾਂਦਾ ਹੈ। ਜਿਸ ਸਰਕਿਟ ਨਾਲ ਇਨਪੁਟ ਸਿਗਨਲ ਵਿਦਆਊਟ ਆਪਣੀ ਸ਼ੇਪ ਚੇਂਜ ਕੀਤੇ 0 ਲੈਵਲ ਦੇ ਉੱਪਰ ਪੋਜ਼ਿਟਿਵ ਸਾਈਡ ਵੱਲ ਸ਼ਿਫਟ ਹੋ ਜੇ, ਉਸ ਸਰਕਿਟ ਨੂੰ ਪੋਜ਼ਿਟਿਵ ਕਲੈਂਪਰ ਕਿਹਾ ਜਾਂਦਾ ਹੈ। ਇਹ ਆਪਾਂ ਲਿਖਾਂਗੇ ਡੈਫੀਨੇਸ਼ਨ ਵਿੱਚ। ਉਸ ਤੋਂ ਬਾਅਦ ਆਪਾਂ ਇਹ ਸਰਕਿਟ ਬਣਾਵਾਂਗੇ। ਇਹ ਸਰਕਿਟ ਸਾਡੇ ਕਲਿੱਪਰ ਨਾਲ ਹੀ ਮੈਚ ਕਰਦਾ ਹੈ। ਇੱਕੋ ਹੀ ਚੇਂਜ ਹੈ ਕਿ ਇਸ ਦੇ ਵਿੱਚ ਲੱਗਿਆ ਹੋਇਆ ਕਪੈਸਿਟਰ, ਉਸ ਦੇ ਵਿੱਚ ਲੱਗਿਆ ਹੋਇਆ ਸੀ ਰਜਿਸਟਰ। ਇਹ ਵੀ 1 ਨੰਬਰ ਦਾ ਕੁਐਸਚਨ ਬਣ ਸਕਦਾ ਹੈ ਕਿ ਕਲਿੱਪਰ ਔਰ ਕਲੈਂਪਰ ਦੇ ਵਿੱਚ ਇੱਕ ਡਿਫਰੈਂਸ ਦੱਸੋ। ਕਲਿੱਪਰ 'ਚ ਰੈਜ਼ਿਸਟੈਂਸ ਲੱਗੀ ਹੁੰਦੀ ਹੈ, ਰਜਿਸਟਰ ਲੱਗਿਆ ਹੁੰਦਾ ਹੈ, ਕਲੈਂਪਰ ਦੇ ਵਿੱਚ ਕਪੈਸਿਟਰ ਲੱਗਿਆ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ ਸਰਕਿਟ ਦੀ। ਸਭ ਤੋਂ ਪਹਿਲਾਂ ਮੈਂ ਇਸ ਨੂੰ ਸਮਝਾਉਣ ਲਈ ਨੈਗੇਟਿਵ ਹਾਫ ਕੰਸੀਡਰ ਕਰ ਰਹੀ ਹਾਂ। ਪਹਿਲਾਂ ਆਪਾਂ ਜਦੋਂ ਵੀ ਕਰਦੇ ਸੀ ਹਮੇਸ਼ਾ ਪੋਜ਼ਿਟਿਵ ਹਾਫ ਤੋਂ ਸ਼ੁਰੂ ਕਰਦੇ ਸੀ, ਲੇਕਿਨ ਇਸ ਸਰਕਿਟ ਨੂੰ ਸਮਝਣ ਲਈ ਆਪਾਂ ਨੈਗੇਟਿਵ ਹਾਫ ਤੋਂ ਸ਼ੁਰੂਆਤ ਕਰਦੇ ਹਾਂ। ਜਦੋਂ ਸਾਡੀ ਇਨਪੁਟ ਦਾ ਨੈਗੇਟਿਵ ਹਾਫ ਸਾਈਕਲ ਆਏਗਾ, ਜਦੋਂ ਨੈਗੇਟਿਵ ਹਾਫ ਸਾਈਕਲ ਆਉਂਦਾ ਹੈ ਇੱਥੇ ਨੈਗੇਟਿਵ ਹੋ ਜਾਂਦਾ ਹੈ, ਇੱਥੇ ਕੀ ਹੁੰਦਾ ਹੈ? ਪੋਜ਼ਿਟਿਵ। ਜਦੋਂ ਇੱਥੇ ਨੈਗੇਟਿਵ ਹੋਏਗਾ ਇੱਥੇ ਪੋਜ਼ਿਟਿਵ, ਤਾਂ ਡਾਇਓਡ ਕੀ ਹੋ ਜਾਏਗਾ ਆਪਣਾ? ਫਾਰਵਰਡ ਵਾਈਸ। ਜਦੋਂ ਇੱਕ ਡਾਇਓਡ ਸ਼ੰਟ ਦੇ ਵਿੱਚ ਲੱਗਿਆ ਹੋਇਆ ਲੋਡ ਨਾਲ, ਜਦੋਂ ਉਹ ਫਾਰਵਰਡ ਵਾਈਜ਼ ਹੁੰਦਾ ਹੈ ਤਾਂ ਉਹ ਐਜ਼ ਏ ਸ਼ਾਰਟ ਸਰਕਿਟ ਬਿਹੇਵ ਕਰਦਾ ਹੈ। ਸਾਰੇ ਦੀ ਸਾਰੀ ਵੋਲਟੇਜ ਆਪਣੇ ਅਕ੍ਰੋਸ ਡ੍ਰੌਪ ਕਰ ਲੈਂਦਾ ਹੈ। ਜਦੋਂ ਉਹ ਵੋਲਟੇਜ ਡ੍ਰੌਪ ਕਰ ਲੈਂਦਾ ਹੈ ਤਾਂ ਸਾਨੂੰ ਕੋਈ ਵੀ ਆਉਟਪੁੱਟ ਲੋਡ ਤੇ ਨਹੀਂ ਮਿਲਦੀ, ਨੋ ਆਉਟਪੁੱਟ। ਲੇਕਿਨ ਇਸ 'ਚ ਕਪੈਸਿਟਰ ਲੱਗਿਆ ਹੋਇਆ ਹੈ। ਜਿਹੜਾ ਕਪੈਸਿਟਰ ਹੈ ਨਾ ਉਹ ਚਾਰਜ ਹੋਣ ਲੱਗ ਜਾਏਗਾ।
ਉਹ ਕਿੰਨਾ ਚਾਰਜ ਹੋਏਗਾ ਇਨਪੁਟ ਦੇ ਇਕੁਅਲ। ਇਨਪੁਟ ਅਸੀਂ ਨੈਗੇਟਿਵ ਕਿੰਨੀ ਦਿੱਤੀ ਹੈ Vm, ਤਾਂ ਕਪੈਸਿਟਰ ਕਿੰਨਾ ਚਾਰਜ ਹੋ ਜਾਏਗਾ Vm ਤੱਕ। ਇੱਥੇ ਦੇਖੋ ਕੋਈ ਵੀ ਆਉਟਪੁੱਟ ਨਹੀਂ ਆ ਰਹੀ, ਸਿਰਫ ਸਾਡਾ ਕਪੈਸਿਟਰ ਚਾਰਜ ਹੋਇਆ ਨੈਗੇਟਿਵ ਹਾਫ ਸਾਈਕਲ 'ਚ। ਹੁਣ ਆਪਾਂ ਗੱਲ ਕਰਦੇ ਹਾਂ ਪੋਜ਼ਿਟਿਵ ਹਾਫ ਸਾਈਕਲ ਦੀ। ਜਦੋਂ ਇਨਪੁਟ ਦਾ ਪੋਜ਼ਿਟਿਵ ਹਾਫ ਸਾਈਕਲ ਆਏਗਾ, ਇੱਥੇ ਆ ਗਿਆ ਪੋਜ਼ਿਟਿਵ, ਇੱਥੇ ਆ ਗਿਆ ਨੈਗੇਟਿਵ। ਜਦੋਂ ਇੱਥੇ ਪੋਜ਼ਿਟਿਵ ਇੱਥੇ ਨੈਗੇਟਿਵ ਆ ਜਾਏ ਤਾਂ ਕੀ ਹੋਗੀ, ਡਾਇਰੈਕਸ਼ਨ ਇਹਦੀ, ਪੋਲੈਰਿਟੀ ਇਹਦੀ ਰਿਵਰਸ ਹੈ, ਤਾਂ ਡਾਇਓਡ ਕੀ ਹੋ ਜਾਊਗਾ ਸਾਡਾ ਰਿਵਰਸ ਵਾਈਜ਼। ਆਪੋਜ਼ਿਟ ਕਨੈਕਸ਼ਨ ਆ ਗਏ ਨਾ, ਤਾਂ ਡਾਇਓਡ ਕੀ ਹੋ ਗਿਆ ਰਿਵਰਸ। ਜਦੋਂ ਸਾਡਾ ਡਾਇਓਡ ਰਿਵਰਸ ਹੋ ਜਾਂਦਾ ਹੈ ਤਾਂ ਉਹ ਕਿਹਦੀ ਤਰ੍ਹਾਂ ਬਿਹੇਵ ਕਰਦਾ ਹੈ, ਓਪਨ ਸਰਕਿਟ ਦੀ ਤਰ੍ਹਾਂ। ਜਦੋਂ ਡਾਇਓਡ ਓਪਨ ਸਰਕਿਟ ਦੀ ਤਰ੍ਹਾਂ ਬਿਹੇਵ ਕਰਦਾ ਹੈ ਤਾਂ ਸਾਨੂੰ ਸਾਰੇ ਦੀ ਸਾਰੀ ਆਉਟਪੁੱਟ ਮਿਲਦੀ ਹੈ। ਜੋ ਇਨਪੁਟ ਤੇ ਹੁੰਦਾ ਹੈ ਉਹ ਸਾਡੀ ਆਉਟਪੁੱਟ ਤੇ ਅਵੇਲੇਬਲ ਹੁੰਦਾ ਹੈ। ਹੁਣ ਇਸ ਦੀ ਆਉਟਪੁੱਟ ਕੀ ਹੋਏਗੀ, ਇੱਕ ਤਾਂ ਜੋ ਇੱਥੇ ਅਸੀਂ ਇਨਪੁਟ ਦਿੱਤੀ ਹੈ ਉਹ ਆ ਜਾਏਗੀ, ਇੱਕ ਸਾਡਾ ਕਪੈਸਿਟਰ ਪਹਿਲਾਂ ਹੀ ਚਾਰਜ ਹੈ। ਆਪਾਂ ਗੱਲ ਕੀਤੀ ਸੀ ਕਿ ਕਪੈਸਿਟਰ ਚਾਰਜ ਰਹੇਗਾ ਇੱਕ ਪੂਰੇ ਸਾਈਕਲ ਲਈ, ਕਿਉਂਕਿ ਅਸੀਂ ਟਾਈਮ ਕਾਂਸਟੈਂਟ ਉਦਾਂ ਦਾ ਸਿਲੈਕਟ ਕੀਤਾ ਹੈ। ਸੋ ਇਸ ਕਰਕੇ ਜਿਹੜੀ ਆਉਟਪੁੱਟ ਹੈ ਉਹ ਦੋ ਚੀਜ਼ਾਂ ਨਾਲ ਮਿਲ ਰਹੀ ਹੈ, ਇੱਕ ਤਾਂ ਸਾਡੀ Vin, ਇੱਕ ਸਾਡੇ ਕਪੈਸਿਟਰ ਕਰਕੇ। ਸਾਡੀ Vin ਕਿੰਨੀ ਹੈ Vm, ਸਾਡਾ ਕਪੈਸਿਟਰ ਕਿੰਨਾ ਚਾਰਜ ਹੈ ਉਹ ਵੀ Vm ਹੈ, ਤਾਂ ਟੋਟਲ ਆਉਟਪੁੱਟ ਸਾਡੇ ਕੋਲ ਕਿੰਨੀ ਆ ਗਈ 2Vm। ਸੋ ਟੋਟਲ ਆਉਟਪੁੱਟ ਸਾਡੇ ਕੋਲ ਕਿੰਨੀ ਆ ਗਈ, ਸਾਡਾ ਕਪੈਸਿਟਰ 2Vm ਤੱਕ ਸੀਗਾ, ਇਸੇ ਕਰਕੇ ਆਉਟਪੁੱਟ ਆ ਗਈ 2Vm। ਜਦੋਂ ਨੈਕਸਟ ਹਾਫ ਸਾਈਕਲ ਆਏਗਾ ਨੈਗੇਟਿਵ ਦਾ ਆਏਗਾ ਤਾਂ ਫਿਰ ਸਾਡੇ ਕੋਲ ਆਉਟਪੁੱਟ ਆਊਗੀ Vm ਤੱਕ। ਜਦੋਂ ਪੋਜ਼ਿਟਿਵ ਆਊਗਾ ਫਿਰ 2Vm, ਐਦਾਂ ਇਹ ਵੇਵਫਾਰਮ ਬਣੀ ਜਾਊਗੀ, ਲੇਕਿਨ ਰਹੂਗੀ 0 ਤੋਂ ਉੱਪਰ। ਸੋ ਇਸ ਤਰ੍ਹਾਂ ਸਾਡਾ ਇਨਪੁਟ ਸਿਗਨਲ ਪੋਜ਼ਿਟਿਵ ਹਾਫ ਸਾਈਕਲ 'ਚ ਸ਼ਿਫਟ ਹੋ ਗਿਆ, ਨੈਗੇਟਿਵ ਦੇ ਵਿੱਚ ਕੋਈ ਵੀ ਆਉਟਪੁੱਟ ਨਹੀਂ ਹੈਗੀ। ਨੈਕਸਟ ਟਾਈਪ ਆਪਾਂ ਕਰਦੇ ਹਾਂ ਨੈਗੇਟਿਵ ਕਲੈਂਪਰ। ਨੈਗੇਟਿਵ ਕਲੈਂਪਰ ਦੇ ਵਿੱਚ ਆਪਾਂ ਡਾਇਓਡ ਦੀ ਪੋਲੈਰਿਟੀ ਚੇਂਜ ਕਰਤੀ। ਇਹ ਆਪਣੀ ਇਨਪੁਟ ਹੈ, ਕਪੈਸਿਟਰ ਸੇਮ ਜਗ੍ਹਾ ਤੇ ਹੈ, RL ਵੀ ਇਸ ਤੇ ਸ਼ੰਟ ਵਿੱਚ ਲੱਗੀ ਹੋਈ ਹੈ। ਆਉਟਪੁੱਟ ਦੇ ਵਿੱਚ ਦੇਖੋ ਕੀ ਚੇਂਜ ਹੈ, ਸਾਡੇ ਜਿਹੜੀ ਆਉਟਪੁੱਟ ਹੈ ਉਹਦੇ ਵਿੱਚ ਵੇਵਫਾਰਮ ਨੈਗੇਟਿਵ ਹਾਫ ਸਾਈਕਲ 'ਚ ਆ ਰਹੀ ਹੈ। ਇਟ ਮੀਨਸ ਕਲੈਂਪਰ ਨੇ ਇਨਪੁਟ ਸਿਗਨਲ ਨੂੰ ਨੈਗੇਟਿਵ ਸਾਈਕਲ ਦੇ ਵਿੱਚ ਸ਼ਿਫਟ ਕਰਤਾ, ਪੋਜ਼ਿਟਿਵ ਦੇ ਵਿੱਚ ਕੁਝ ਵੀ ਨਹੀਂ ਹੈ। ਜਿਹੜਾ ਸਰਕਿਟ ਆਉਟਪੁੱਟ ਸਾਨੂੰ 0 ਲੈਵਲ ਤੋਂ ਨੀਚੇ ਨੈਗੇਟਿਵ ਸਾਈਕਲ ਦੇ ਵਿੱਚ ਦਿਖਾਉਂਦਾ ਹੈ ਉਹ ਸਾਡਾ ਸਰਕਿਟ ਹੁੰਦਾ ਹੈ ਨੈਗੇਟਿਵ ਕਲੈਂਪਰ। ਸਭ ਤੋਂ ਪਹਿਲਾਂ ਆਪਾਂ ਇਹ ਡੈਫੀਨੇਸ਼ਨ ਲਿਖਾਂਗੇ, ਉਸ ਤੋਂ ਬਾਅਦ ਸਰਕਿਟ ਡਾਇਗਰਾਮ ਤੇ ਵੇਵਫਾਰਮ ਡਰਾ ਹੋਏਗੀ। ਨੈਕਸਟ ਇਜ਼ ਦੀ ਥਿਊਰੀ। ਇਨਪੁਟ ਦਾ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਏਗਾ, ਜਦੋਂ ਇਨਪੁਟ ਦਾ ਪੋਜ਼ਿਟਿਵ ਹਾਫ ਸਾਈਕਲ ਹੈ, ਇੱਥੇ ਪੋਜ਼ਿਟਿਵ ਇੱਥੇ ਨੈਗੇਟਿਵ, ਤਾਂ ਡਾਇਓਡ ਕੀ ਹੋ ਜਾਏਗਾ ਪੋਜ਼ਿਟਿਵ ਵਿਦ ਪੋਜ਼ਿਟਿਵ, ਨੈਗੇਟਿਵ ਵਿਦ ਨੈਗੇਟਿਵ, ਫਾਰਵਰਡ ਬਾਇਸ। ਜਦੋਂ ਇੱਕ ਡਾਇਓਡ ਪੈਰਲਲ 'ਚ ਲੱਗਿਆ ਹੋਇਆ ਹੈ RN ਨਾਲ ਤੇ ਉਹ ਫਾਰਵਰਡ ਬਾਇਸ ਹੋ ਗਿਆ ਤਾਂ ਉਹ ਬਿਹੇਵ ਕਰਦਾ ਹੈ ਐਜ਼ ਏ ਸ਼ਾਰਟ ਸਰਕਿਟ। ਸ਼ਾਰਟ ਸਰਕਿਟ ਜਦੋਂ ਉਹ ਸ਼ਾਰਟ ਸਰਕਿਟ ਦੀ ਤਰ੍ਹਾਂ ਬਿਹੇਵ ਕਰਦਾ ਹੈ, ਆਪਣੇ ਕ੍ਰਾਸ ਵੋਲਟੇਜ ਡ੍ਰੌਪ ਕਰ ਲੈਂਦਾ ਹੈ, ਤਾਂ ਸਾਨੂੰ ਕੋਈ ਵੀ ਆਉਟਪੁੱਟ RL ਤੇ ਨਹੀਂ ਮਿਲਦੀ, ਨੋ ਆਉਟਪੁੱਟ। ਬਟ ਇਹਦੇ ਵਿੱਚ ਇੱਕ ਕਪੈਸਿਟਰ ਲੱਗਿਆ ਹੋਇਆ ਹੈ, ਉਹ ਕਪੈਸਿਟਰ ਚਾਰਜ ਹੋ ਜਾਏਗਾ। ਕਿੰਨਾ ਚਾਰਜ ਹੋਏਗਾ, ਜਿੰਨੀ ਅਸੀਂ ਇਨਪੁਟ ਦੇਵਾਂਗੇ ਸਾਡਾ ਕਪੈਸਿਟਰ ਚਾਰਜ ਹੋ ਜਾਏਗਾ ਅਪ ਟੂ Vm। ਨੈਕਸਟ ਹੈ, ਲੇਕਿਨ ਇੱਥੇ ਜੋ ਕਪੈਸਿਟਰ ਚਾਰਜ ਹੋਏਗਾ ਉਹ ਹਮੇਸ਼ਾ ਆਪੋਜ਼ਿਟ ਪੋਲੈਰਿਟੀ 'ਚ ਹੁੰਦਾ ਹੈ। ਅਗਰ ਨੈਗੇਟਿਵ ਪੋਜ਼ਿਟਿਵ ਹਾਫ ਸਾਈਕਲ ਹੈ ਤਾਂ ਉਹ ਨੈਗੇਟਿਵ ਚਾਰਜ ਹੋ ਜਾਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਇਨਪੁਟ ਦੇ ਨੈਗੇਟਿਵ ਹਾਫ ਸਾਈਕਲ ਦੀ। ਜਦੋਂ ਇੱਥੇ ਨੈਗੇਟਿਵ ਹਾਫ ਸਾਈਕਲ ਆਏਗਾ ਨੈਗੇਟਿਵ, ਤਾਂ ਸਾਡਾ ਡਾਇਓਡ ਕੀ ਹੋ ਜਾਏਗਾ ਰਿਵਰਸ। ਜਦੋਂ ਰਿਵਰਸ ਹੋਏਗਾ ਤਾਂ ਉਹ ਕਿੱਦਾਂ ਬਿਹੇਵ ਕਰੇਗਾ, ਓਪਨ ਸਰਕਿਟ। ਓਪਨ ਸਰਕਿਟ ਜਦੋਂ ਇੱਕ ਡਾਇਓਡ ਓਪਨ ਸਰਕਿਟ ਹੋਏਗਾ ਤਾਂ RL ਤੇ ਸਾਨੂੰ ਆਉਟਪੁੱਟ ਮਿਲੇਗੀ। ਉਹ ਆਉਟਪੁੱਟ ਕਿੰਨੀ ਮਿਲੇਗੀ, ਇੱਕ ਤਾਂ ਸਾਡੀ ਇਨਪੁਟ ਉੱਥੇ ਪਹੁੰਚੇਗੀ, ਦੂਸਰਾ ਜੋ ਕਪੈਸਿਟਰ ਪਹਿਲਾਂ ਹੀ ਚਾਰਜ ਸੀਗਾ ਉਹ ਵੀ ਉੱਥੇ ਟੋਟਲ ਹੋ ਜਾਏਗਾ। ਸੋ ਸਾਡੀ V ਆਊਟ ਕਿੰਨੀ ਆਊਗੀ,
ਇੱਕ ਤਾਂ ਜੋ ਅਸੀਂ ਇਨਪੁਟ ਦਿੱਤੀ ਸੀ, ਦੂਸਰਾ ਜੋ ਸਾਡੇ ਕਪੈਸਿਟਰ ਦੀ ਚਾਰजिंग ਸੀ। मैं ऊपर लिख रही हाँ। सो साडी आउटपुट हुण कितनी आएगी, वी आउट जो असी इनपुट दिती प्लस जो साडे कैपेसिटर विच पॉजिटिव हाफ साइकिल दौरान चार्ज स्टोर होया सी, तां टोटल कितना हो गया -2 VM। इसलिए साडी जिहड़ी वेवफॉर्म है वो नेगेटिव हाफ साइकिल तक चली गई। फिर जो पॉजिटिव हाफ साइकिल आएगा फिर इधर वो जीरो नूं क्रॉस ही नहीं करेगी। सो इस तरह जिहड़ा नेगेटिव क्लैंपर है वो साडी इनपुट नूं नेगेटिव साइकिल दे विच शिफ्ट कर दिंदा है विदाउट चेंजिंग द शेप। अगर साइन वेव है तो साइन ही रहेगी, स्केयर वेव है तो स्केयर ही रहेगी, सिर्फ उसका डीसी लैवल चेंज हो जाएगा। अपने सिलेबस दे विच ये दोनों क्लैंपर सी। सो इस दे नाल अपना टॉपिक खत्म हुंदा है। नैक्सट वीडियो च मिलदे हां नैक्सट टॉपिक दे नाल। थैंक यू।